ਜਦੋਂ ਸਨੀ ਬਾਈ ਦੀ ਸਪੋਰਟ ਕੀਤੀ ਉਦੋਂ ਮੈਨੂੰ ਆਏ ਸੀ ਵੀ ਸਾਡਾ ਬੰਦਾ ਸਾਡੀ ਗੱਲ ਕਰੂਗਾ। ਸਨੀ ਦਿਓਲ ਨੂੰ ਜੋ ਇੱਥੇ ਦੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਨੂੰ ਤੁਸੀਂ ਪੰਜਾਬ ਦਾ ਦਰਦ ਨਹੀਂ ਸਮਝਾ ਪਾਏ? ਸਹੀ ਪੁੱਛੋ ਤਾਂ ਮੈਂ ਨਹੀਂ ਸਮਝਾ ਪਾਇਆ ਜੀ, ਸੱਚ ਤੁਹਾਨੂੰ ਦੱਸਦਾ। ਜਾਂ ਜਿਹੜੇ ਮੀਡੀਆ ਨੇ ਇੰਟਰਵਿਊਜ਼ ਕੀਤੀਆਂ, ਜਿਨ੍ਹਾਂ ਨੇ ਕਾਰਾਂ ਪਿੱਛੇ ਲਾਈਆਂ, ਉਦੋਂ ਸਾਰਿਆਂ ਨੂੰ ਲੱਗਦਾ ਸੀ, ਮੈਨੂੰ ਵੀ ਉਵੇਂ ਹੀ ਲੱਗਦਾ ਸੀ ਵੀ ਬਾਈ ਸਾਡੀ ਗੱਲ ਕਰੂਗਾ, ਪਰ ਬਾਈ ਨੇ ਗੱਲ ਨਹੀਂ ਕੀਤੀ। ਗੁਰਦੁਆਰਿਆਂ ਤੋਂ ਲੈ ਕੇ ਸਿਵਿਆਂ ਤੱਕ ਵੰਡੇ ਪਏ ਆ, ਹਨਾ। ਫਲਾਣੇ ਭਾਈਚਾਰੇ ਦਾ ਇੱਕ ਗੁਰਦੁਆਰਾ, ਸਿੱਖ ਭਾਈਚਾਰੇ ਦਾ ਇੱਕ ਗੁਰਦੁਆਰਾ ਤੇ ਇੱਕ ਰਾਮਦਾਸੀ ਭਾਈਚਾਰੇ ਦਾ ਗੁਰਦੁਆਰਾ, ਆਈ ਸਿਵਿਆਂ ਦਾ। ਕਿਸਾਨਾਂ ਦਾ ਮੁੱਦਾ ਆ ਗਿਆ ਹੈਗਾ, ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ, ਕਿਸਾਨਾਂ ਦਾ ਮੁੱਦਾ ਨਹੀਂ ਹੈ। ਇਸ ਮੁੱਦੇ ਤੇ ਅਸੀਂ ਇਕੱਠੇ ਹੋ ਪਾਵਾਂਗੇ ਕਿ ਸਾਰੇ ਇੱਕ ਪੰਜਾਬ ਆਵਾਜ਼ ਬੋਲ ਪਾਏਗਾ? ਹਾਂਜੀ ਬਿਲਕੁਲ। ਆ ਦੇਖ ਲਓ 25 ਤਰੀਕ ਨੂੰ ਤੁਹਾਡੇ ਸਾਹਮਣੇ ਆ ਜਾਣਾ, ਇੱਕ ਆਵਾਜ਼ ਤੁਹਾਨੂੰ ਦਿਖੂਗੀ। ਇਹ ਆਵਾਜ਼ ਤਾਂ ਇੱਕ ਬਰਗਾੜੀ ਵੇਲੇ ਵੀ ਹੋ ਗਈ ਸੀ, ਆਵਾਜ਼ ਇੱਕ ਉਦੋਂ ਸ਼ੁਰੂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਸਰੂਪ, ਜਦੋਂ ਇਹਨਾਂ ਨੇ ਅੰਗ ਗਲੀਆਂ 'ਚ ਖਿਲਾਰੇ ਆ, ਉਦੋਂ ਵੀ ਹੋ ਗਈ ਸੀ। ਪਰ ਪ੍ਰੋਬਲਮ ਉੱਥੇ ਸਾਡੀ ਆਗੂਆਂ ਦੀ ਆ ਜਾਂਦੀ ਆ, ਜਿਹੜੇ ਬਰਫੀਆਂ ਰਸਗੁੱਲੇ ਖਾ ਕੇ ਆਪਦੀ ਕੌਮ ਨੂੰ ਵੇਚ ਆਉਂਦੇ ਆ। ਅੱਜ ਇੰਡੀਅਨ ਸਟੇਟ ਇਹ ਗੱਲ ਕਹੇ ਵੀ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਖਾਣਾ ਕੀ ਆ, ਪੀਣਾ ਕੀ ਆ, ਪਹਿਨਣਾ ਕੀ ਆ, ਕਿਹੜਾ ਮਾਸ ਖਾਣਾ ਨਹੀਂ ਖਾਣਾ, ਤੇ ਐਂਟਰਟੇਨਮੈਂਟ ਕਿਵੇਂ ਹੋਣਾ, ਤੁਹਾਨੂੰ ਨੈਰੇਟਿਵ, ਤੁਹਾਡਾ ਬਿਰਤਾਂਤ ਵੀ ਜਿਹੜਾ ਰਚਨਾ ਅਸੀਂ ਰਚਾਂਗੇ, ਤੁਸੀਂ ਆਪਦਾ, ਤੁਹਾਡੇ ਗੁਰੂਆਂ ਬਾਰੇ ਵੀ ਅਸੀਂ ਸਮਝਾਉਣੇ ਆ, ਤੁਸੀਂ ਤਾਂ ਗੁਰੂਆਂ ਨੂੰ ਸਮਝ ਹੀ ਨਹੀਂ ਸਕੇ, ਤੁਹਾਡਾ ਇਤਿਹਾਸ ਵੀ ਅਸੀਂ ਦਿੰਨੇ ਆ ਤੁਹਾਨੂੰ। ਫਿਰ ਅਸੀਂ ਕਹਾਂਗੇ ਨਹੀਂ, ਆਏ ਨਹੀਂ ਚੱਲਦੀ ਗੱਲ। ਪਰ ਇੰਨੀ ਸੁਸਾਇਟੀ ਸਾਡੀ ਜਾਗਰੂਕ ਹਜੇ ਤੱਕ ਨਹੀਂ ਆ, ਤਾਂ ਹੀ ਤਾਂ ਸਾਡੇ ਨਾਲ 50-70 ਸਾਲਾਂ ਤੋਂ ਪੰਜਾਬ ਦੇ ਆਗੂ ਵੀ ਗਦਾਰੀਆਂ ਕਰੀ ਜਾਂਦੇ ਆ, ਵਿਕ ਜਾਂਦੇ ਆ, ਦਿੱਲੀ ਤੋਂ ਚੱਕ ਕੇ ਕੁਰਸੀਆਂ ਲੈ ਆਉਂਦੇ ਆ ਵਜ਼ਾਰਤ ਦੀਆਂ, ਤੇ ਪੰਜਾਬੀਆਂ ਨੂੰ ਜਾਂ ਸਾਡੀ ਕੌਮ ਨੂੰ ਉੱਥੇ ਗਹਿਣੇ ਰੱਖੇ ਆਉਂਦੇ ਆ। ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਦੇਖਿਆ ਫਿਲਮਾਂ 'ਚ ਉਵੇਂ ਗੱਲਾਂ ਕਰਦੇ ਵੀ ਬੰਦਾ ਖੜਾ ਹੋ ਜਾਂਦਾ ਲੋਕਾਂ ਲਈ, ਬੰਦਾ ਲੜਦਾ ਐਸਟੈਬਲਿਸ਼ਮੈਂਟ ਦੇ ਜਾਂ ਸਰਕਾਰ ਦੇ ਖਿਲਾਫ। ਸੋ ਕਿਤੇ ਨਾ ਕਿਤੇ ਉਹ ਕਿਰਦਾਰ ਤੁਹਾਡੇ ਤੇ ਹਾਵੀ ਹੋਣ ਲੱਗ ਜਾਂਦੇ ਆ। ਸੋ ਜੇ ਮੈਂ ਕਹਾਂ ਵੀ ਮੈਂ ਉਸ ਗੱਲ ਦਾ ਸ਼ਿਕਾਰ ਨਹੀਂ, ਮੈਂ ਵੀ ਉਸੇ ਗੱਲ ਦਾ ਸ਼ਿਕਾਰ ਹਾਂ। ਸਾਡਾ ਪੰਜਾਬ ਜਾਂ ਲੋਕ ਉਸ ਜਗ੍ਹਾ ਤੇ ਆ ਕੇ ਖੜੇ ਹੋ ਗਏ ਆ ਵੀ ਜਿੱਥੇ ਜਾਂ ਤਾਂ ਕਬਰਾਂ 'ਚ ਧੱਕੇ ਜਾਣਗੇ ਜਾਂ ਅਸੀਂ ਕੁਛ ਨਾ ਕੁਛ ਲੈ ਡਿੱਗਾਂਗੇ। ਕੋਵਿਡ-19 ਵਿੱਚ ਅਸੀਂ ਬਹੁਤ ਤਬਦੀਲੀਆਂ ਦੇਖੀਆਂ, ਸੋਸ਼ਲ ਮੀਡੀਆ ਤੇ ਕਾਫੀ ਲੋਕ ਸਾਡੇ ਨਾਲ ਜੁੜੇ, ਕੁਝ ਦੂਰ ਹੋਏ, ਪਰ ਇੱਕ ਖਾਸ ਚਿਹਰਾ ਪੰਜਾਬੀ ਵਿੱਚ ਸਾਡੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ, ਜੋ ਜੀਨਸ ਪਾ ਕੇ ਫਰਸ਼ 'ਤੇ ਬੈਠ ਕੇ ਕਹਿੰਦਾ ਸੀ, ਸਤਿ ਸ਼੍ਰੀ ਅਕਾਲ ਜੀ, ਆਸ ਕਰਦਾ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਮੈਂ ਵੀ ਇਸ ਚਿਹਰੇ ਨੂੰ ਕਾਫੀ ਵਾਰੀ ਦੇਖਿਆ, ਪਰ ਕਦੀ ਇਸ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਇਹਦੇ ਨਾਲ ਇੱਕ 2.5 ਕਿਲੋ ਦਾ ਹਥੌੜਾ ਜੁੜਿਆ ਹੋਇਆ ਸੀ, ਜੋ ਸਪੋਕਸਮੈਨ ਨਾਲ ਗੱਲ ਨਹੀਂ ਕਰਦਾ ਸੀ। ਪਰ ਹਰ ਚੀਜ਼ ਹਮੇਸ਼ਾ ਉੱਦਾਂ ਨਹੀਂ ਰਹਿੰਦੀ, ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ। ਅਤੇ ਅੱਜ ਮੇਰੇ ਨਾਲ ਸਟੂਡੀਓ ਵਿੱਚ ਦੀਪ ਸਿੱਧੂ ਹਨ। ਦੀਪ, ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ ਫॉर ਹੈਵਿੰਗ ਮੀ ਓਵਰ। ਨਹੀਂ, ਜਿਵੇਂ ਅੱਜ ਲੋਕ ਪੁੱਛਦੇ ਨਾ ਦੀਪ ਬਦਲ ਗਿਆ, ਮੈਂ ਵੀ ਪੁੱਛਣਾ ਚਾਹੁੰਦੀ ਹਾਂ ਦੀਪ ਬਦਲ ਗਿਆ, ਕਿਉਂਕਿ ਜਦ ਭਾਜਪਾ ਵਿੱਚ ਸੀਗੇ ਤੇ ਸਨੀ ਦਿਓਲ ਜੀ ਦੇ ਨਾਲ ਸੀਗੇ ਤਾਂ ਸਪੋਕਸਮੈਨ ਤੇ ਨਹੀਂ ਆਉਂਦੇ ਸੀਗੇ, ਉਹ ਭਾਜਪਾ ਵੇਲੇ ਨਹੀਂ ਆਉਂਦੇ ਸੀਗੇ, ਤੇ ਅੱਜ ਦੀਪ ਬਦਲਿਆ, ਤੇ ਇਹ ਬਦਲਾਵ ਕਿੱਥੋਂ ਆਇਆ? ਨਹੀਂ ਜੀ, ਪਹਿਲਾਂ ਤਾਂ ਇਹ ਗੱਲ ਆ ਵੀ ਮੈਂ ਕਦੇ ਵੀ ਭਾਜਪਾ ਨਾਲ ਨਹੀਂ ਸੀ। ਮੈਂ ਸਨੀ ਬਾਈ ਲਈ ਜ਼ਰੂਰ ਗਿਆ ਸੀ, ਉਹਨਾਂ ਦੀ ਸਪੋਰਟ 'ਚ ਖੜਿਆ ਸੀ ਜਾ ਕੇ, ਤੇ ਇਹ ਗੱਲ ਵੀ ਰੱਖੀ ਸੀ ਵੀ ਮੇਰੀ ਉਹਨਾਂ ਨਾਲ ਦੋਸਤੀ ਆ, ਯਾਰੀ ਆ, ਇੱਕ ਭਰਾਵਾਂ ਵਾਲਾ ਪਿਆਰ ਆ, ਤੇ ਇਸ ਕਰਕੇ ਸਨੀ ਬਾਈ ਨਾਲ ਗਏ। ਦੇਖੋ, ਕਈ ਵਾਰੀ ਇਹ ਗੱਲਾਂ ਹੁੰਦੀਆਂ, ਤੁਹਾਨੂੰ ਤੁਹਾਡੇ ਪੰਜਾਬ, ਅਸੀਂ ਪੰਜਾਬ ਦੇ ਲੋਕ ਹਾਂ, ਪਿੰਡਾਂ 'ਚ ਜੰਮੇ ਪਲੇ, ਸਾਡੇ ਅੰਦਰ ਸਾਡੇ ਲੋਕਾਂ ਦਾ, ਸਾਡੀ ਮਿੱਟੀ ਦੀ ਵਫਾਦਾਰੀ ਨਿਭਾਉਣ ਦਾ ਵੀ ਜਜ਼ਬਾ। ਹੁਣ ਜਦੋਂ ਸਨੀ ਬਾਈ ਦੀ ਸਪੋਰਟ ਕੀਤੀ ਉਦੋਂ ਮੈਨੂੰ ਆਏ ਸੀ ਵੀ ਸਾਡਾ ਬੰਦਾ ਸਾਡੀ ਗੱਲ ਕਰੂਗਾ, ਔਰ ਮੈਨੂੰ ਇਹਦੀ ਵੀ ਕੋਈ ਜਾਣਕਾਰੀ ਹੈ ਨਹੀਂ, ਰੱਬ ਦੀ ਸਹੁੰ ਵੀ ਸਪੋਕਸਮੈਨ ਤੇ ਭਾਜਪਾ ਵਾਲੇ ਨਹੀਂ ਆਉਂਦੇ, ਮੈਨੂੰ ਇੰਨੀ ਜਾਣਕਾਰੀ ਨਹੀਂ ਆ। ਪਰ ਮੇਰੇ ਲਈ ਜਦੋਂ ਮੈਂ ਅੱਜ ਆਇਆ ਇੱਥੇ, ਸਾਰਿਆਂ ਨੂੰ ਮਿਲਿਆ, ਮੈਨੂੰ ਜਮਾਂ ਪਰਿਵਾਰ ਵਾਂਗੂ ਇੱਕ ਮਾਹੌਲ ਲੱਗਿਆ। ਤੇ ਜਿਹੜੀ ਗੱਲ ਸਪੋਕਸਮੈਨ ਕਰਦਾ, ਇੱਕ ਨਿਰਪੱਖ ਜਰਨਲਿਜ਼ਮ ਦੀ ਕਰਦਾ, ਮੈਨੂੰ ਲੱਗਦਾ ਉਹ ਬਹੁਤ ਹੀ ਸ਼ਲਾਘਾਯੋਗ ਗੱਲ ਆ, ਤੇ ਉਹਦੇ ਲਈ ਤਾਂ ਤੁਹਾਨੂੰ ਨਾਲ ਤੁਹਾਡੇ ਚੱਲਣਾ ਚਾਹੀਦਾ, ਤੇ ਇਹ ਕਹਿਣਾ ਚਾਹੀਦਾ ਵੀ ਇੱਕ ਨਿਰਪੱਖ ਚੀਜ਼ ਤਾਂ ਤੁਸੀਂ ਦਿਖਾ ਰਹੇ ਹੋ। ਪਰ ਅਗਲੀ ਗੱਲ ਰਹੀ ਮੇਰੀ, ਉਦੋਂ ਮੈਨੂੰ ਨਹੀਂ ਪਤਾ ਸੀ
ਕਿਉਂਕਿ ਨਹੀਂ ਮੈਂ ਤਾਂ ਹਲਕਾ ਜਿਹਾ ਮਜ਼ਾਕ 'ਚ ਪੁੱਛਿਆ, ਕੋਈ ਗੱਲ ਨਹੀਂ। ਪਰ ਜੇ ਅਸੀਂ ਦੀਪ ਦੀ ਗੱਲ ਕਰੀਏ, ਸਾਨੂੰ ਆਦਤ ਹੈ, ਕਈ ਲੋਕ ਛੱਡ ਜਾਂਦੇ, ਕਈ ਲੋਕ ਨਾਲ ਚੱਲਦੇ, ਅਸੀਂ ਪੰਜਾਬ ਦੇ ਨਾਲ ਖੜੇ ਹਾਂ, ਸੋ ਫਰਕ ਨਹੀਂ ਪੈਂਦਾ। ਪਰ ਮੈਂ ਜੇ ਦੀਪ ਦੀ ਗੱਲ ਕਰਾਂ ਤੇ ਕਰੋਨਾ ਦਾ ਫਰਕ ਕੁਛ, ਮੈਂ ਤੁਹਾਡੀਆਂ ਫੇਸਬੁੱਕ ਪੋਸਟ ਦੇਖ ਰਹੀ ਸੀਗੀ ਤੇ ਇੱਕ ਪੋਸਟ ਇਹੋ ਜਿਹੀ ਆਈ ਕਿ ਪਤਾ ਨਹੀਂ ਅੱਗੇ ਗੋਲ ਕੀ ਹੈ ਤੇ ਹੁਣ ਰਾਹ ਸ਼ਾਇਦ ਬਦਲ ਰਹੇ ਨੇ, 2 ਰਾਹ ਨਜ਼ਰ ਆ ਰਹੇ ਨੇ। ਕੁਛ ਤੁਹਾਡੀ ਇਹੋ ਜਿਹੀ ਪੋਸਟ ਸੀ, ਆਈ ਥਿੰਕ ਕੋਈ 3-4 ਮਹੀਨੇ ਪਹਿਲੇ ਦੀ ਗੱਲ ਹੈਗੀ ਹੈ। ਅੱਛਾ ਜੀ। ਸੋ ਕੀ ਇਹੋ ਜਿਹਾ ਬਦਲਾਅ ਆਇਆ ਕਿ ਤੁਸੀਂ ਅੱਜ ਕਲਾਕਾਰ ਘੱਟ ਤੇ ਕ੍ਰਾਂਤੀਕਾਰੀ ਜ਼ਿਆਦਾ ਸੁਣ ਜਾਪਦੇ ਹੋ? ਦੇਖੋ ਜੀ, ਆਏ ਆ, ਜੇ ਤੁਸੀਂ ਹਾਲੀਵੁੱਡ ਇੰਡਸਟਰੀ ਨੂੰ ਵੀ ਦੇਖੋਗੇ ਨਾ, ਤਾਂ ਉੱਥੇ ਵੀ ਜਿਹੜੇ ਵੀ ਆਰਟਿਸਟ ਆ ਜਾਂ ਕੋਈ ਆਰਟ ਦੇ ਖੇਤਰ ਨਾਲ ਸੰਬੰਧਿਤ ਲੋਕ ਆ, ਜਿਹਨੂੰ ਐਂਟਰਟੇਨਮੈਂਟ ਵੀ ਹੋ ਸਕਦਾ, ਉਹ ਕੋਈ ਹੋਰ ਆਰਟ ਦੀ ਫਾਰਮ ਵੀ ਹੋ ਸਕਦੀ ਆ, ਉਹ ਸਾਰੇ ਵੀ ਕਿਸੇ ਕੌਜ਼ ਲਈ ਆਪਦੀ ਆਵਾਜ਼ ਚੱਕਦੇ ਆ। ਤਾਂ ਪੰਜਾਬ 'ਚ ਤਾਂ ਅਸੀਂ ਖਾਸ ਕਰਕੇ ਕ੍ਰਾਂਤੀਕਾਰੀ ਲੋਕ ਆ, ਸਾਡੀਆਂ ਕਲਮਾਂ ਵੀ ਕ੍ਰਾਂਤੀਕਾਰੀ ਆ, ਸਾਡੀਆਂ ਆਵਾਜ਼ਾਂ ਵੀ ਕ੍ਰਾਂਤੀਕਾਰੀ ਆ, ਸਾਡੇ ਅੰਦਰ ਚਿਣਗ ਆ ਜਿਹੜੀ, ਉਹ ਸਾਡੇ ਗੁਰੂ ਸਾਹਿਬਾਨਾਂ ਨੇ ਲਾਈ ਹੋਈ ਆ। ਹੁਣ ਇਸ ਕਰਕੇ ਜੇ ਕੁਛ ਜ਼ੁਲਮ ਤੇ ਜ਼ਬਰ ਹੋ ਰਿਹਾ, ਕੁਛ ਗਲਤ ਹੋ ਰਿਹਾ, ਅਸੀਂ ਆਪਦੀ ਆਵਾਜ਼ ਹੀ ਨਾ ਚੱਕਾਂਗੇ, ਫਿਰ ਕੋਈ ਫਾਇਦਾ ਨਹੀਂ। ਆਪਦੇ ਲੋਕਾਂ ਲਈ ਨਹੀਂ ਲੜਾਂਗੇ, ਕੋਈ ਫਾਇਦਾ ਨਹੀਂ। ਆਪਦੀ ਧਰਤੀ ਲਈ ਨਹੀਂ ਖੜੇ ਹੋਵਾਂਗੇ, ਉਹਦਾ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਐਕਟਿੰਗ ਜਾਂ ਜਿਹੜੀ ਐਂਟਰਟੇਨਮੈਂਟ ਆ, ਫਿਲਮਾਂ, ਉਹ ਮੇਰਾ ਕਿੱਤਾ, ਪਰ ਇਹ ਮੇਰਾ ਇੱਕ ਫਰਜ਼ ਆ, ਮੇਰੀ ਡਿਊਟੀ ਆ, ਤੇ ਮੇਰੇ ਅੰਦਰ ਇੱਕ ਜਿਹੜਾ ਦਰਦ ਆ ਆਪਦੇ ਲੋਕਾਂ ਲਈ ਜਾ ਕੇ ਖੜੇ ਹੋਣ ਦਾ, ਉਹ ਬਹੁਤ ਜ਼ਰੂਰੀ ਆ। ਤੇ ਇਸ ਕਰਕੇ ਮੈਂ ਸਮਝਦਾ ਵੀ ਇੰਨੀ ਕੁ ਫਰੀਡਮ ਸਾਡੇ ਕੋਲੇ ਹੋਣੀ ਵੀ ਚਾਹੀਦੀ ਆ, ਜਿਹਨੂੰ ਅਸੀਂ ਇਕੱਲੀ ਪੋਲੀਟੀਕਲ ਫਰੀਡਮ ਤੇ ਨਾ ਰਹਿ ਜਾਈਏ, ਸੋਸ਼ਲ ਫਰੀਡਮ ਵੀ ਹੋਵੇ। ਸਾਨੂੰ ਸਾਡਾ ਸੰਵਿਧਾਨ ਜਾਂ ਕਨਸਟੀਟਿਊਸ਼ਨ ਦਿੰਦੀ ਆ, ਤੇ ਇਹ ਗੱਲ ਇਹਨਾਂ ਦੇ ਕੋਲੇ ਰੱਖੀਏ ਵੀ ਤੁਸੀਂ ਸਾਨੂੰ ਜੇ ਬੋਲਣ ਵੀ ਨਹੀਂ ਦਿਓਗੇ, ਫੇਰ ਤਾਂ ਗੱਲ ਮਾੜੀ ਆ। ਕਿਸ ਵਕਤ ਲੱਗਿਆ ਕਿ ਅੱਜ ਮੈਨੂੰ ਪੰਜਾਬ ਨੂੰ ਮੇਰੀ ਜ਼ਰੂਰਤ ਹੈ? ਦੇਖੋ, ਬਿਕੋਜ਼ ਕੁਝ ਛੋਟੀ ਜਿਹੀ ਚੇਂਜ ਤੁਹਾਡੇ ਵਿੱਚ ਜ਼ਰੂਰ ਆਈ ਲੱਗਦੀ ਹੈ। ਹਾਂਜੀ, ਆਈ, ਬਿਲਕੁਲ ਆਈ ਜੀ। ਅਸੀਂ ਦੇਖੋ, ਮੈਂ ਹਮੇਸ਼ਾ ਕਹਿਣਾ ਹੁੰਨਾ, 2 ਤਰ੍ਹਾਂ ਦੇ ਜਿਹੜੇ ਵਰਤਾਰੇ ਵਿਦਵਾਨ ਹੁੰਦੇ ਆ ਨਾ, ਜਿਹੜੇ ਉਹ 2 ਤਰ੍ਹਾਂ ਦੇ ਹੁੰਦੇ ਆ। ਮੈਂ ਉਹਨਾਂ ਤੋਂ ਸਿੱਖਦਾ। ਇੱਕ ਹੁੰਦਾ ਜਿਨ੍ਹਾਂ ਨੂੰ ਇਲਾਹੀ ਗਿਆਨ ਹੁੰਦਾ, ਜਿਵੇਂ ਸਾਡੇ ਗੁਰੂ ਸਾਹਿਬਾਨ ਸੀ, ਸਾਡੇ ਪੈਗੰਬਰ ਸੀ, ਉਹਨਾਂ ਨੂੰ ਇਲਾਹੀ ਗਿਆਨ ਸੀ, ਉਹਨਾਂ ਨੇ ਉਹ ਗਿਆਨ ਦਿੱਤਾ, ਸੀ ਉਹਨਾਂ ਤੋਂ ਸਿੱਖਿਆ ਗ੍ਰਹਿਣ ਕੀਤਾ। ਇੱਕ ਉਹ ਵਿਦਵਾਨ ਹੁੰਦੇ ਆ ਜਿਹੜੇ ਥਿੰਕਰਸ ਹੁੰਦੇ ਆ, ਜਿਨ੍ਹਾਂ ਨੇ ਦੁਨਿਆਵੀ ਵਰਤਾਰਿਆਂ ਤੋਂ ਕੁਝ ਸਿੱਖ ਕੇ ਲਿਖਿਆ ਹੁੰਦਾ, ਤੇ ਸਾਨੂੰ ਉਹਨਾਂ ਨੂੰ ਵੀ ਪੜ੍ਹਨ ਦਾ ਮੌਕਾ ਮਿਲਦਾ। ਹੁਣ ਜਦੋਂ ਮੈਂ ਸਾਡੇ ਗੁਰੂ ਸਾਹਿਬਾਨਾਂ ਦੀ ਜਰਨੀ ਦੇਖਦਾ, ਉਹਨਾਂ ਨੇ ਵੀ ਵਿਦਰੋਹ ਹੀ ਕੀਤਾ, ਉਹਨਾਂ ਨੇ ਵੀ ਇਸਟੈਬਲਿਸ਼ਮੈਂਟ ਦੇ ਖਿਲਾਫ ਜਾਂ ਸਥਾਪਤੀ ਦੇ ਖਿਲਾਫ ਹੀ ਲੜੇ ਆ। ਉਹ ਜਿੱਥੇ ਵੀ ਕੁਝ ਜ਼ਬਰ ਜ਼ੁਲਮ ਹੁੰਦਾ ਸੀ, ਕੁਝ ਗਲਤ ਹੁੰਦਾ ਸੀ, ਤਾਂ ਬਾਬਾ ਨਾਨਕ ਉਸ ਵੇਲੇ, ਅੱਜ ਤੋਂ 550 ਸਾਲ ਅਸੀਂ ਪਹਿਲਾਂ ਇਮੈਜਿਨ ਕਰੀਏ, ਬਾਬਰ ਨੂੰ ਜਾਬਰ ਕਹਿ ਸਕਦੇ ਸੀ, ਜਦੋਂ ਕਿ ਇਹ ਸੀ ਵੀ ਜਾਂ ਤਾਂ ਸਿੱਧਾ ਉਹਨਾਂ ਨੇ ਗਰਦਨ ਲਾ ਦੇਣੀ ਆ ਜਾਂ ਜੇਲ੍ਹ 'ਚ ਸਿੱਟ ਦੇਣਾ। ਪਰ ਜੇ ਗੁਰੂ ਨਾਨਕ ਸਾਹਿਬ ਨਹੀਂ ਡਰੇ, ਉਹਨਾਂ ਨੇ ਸਾਨੂੰ ਇਹੀ ਚੀਜ਼ ਸਿਖਾਈ ਨਾ। ਅੱਛਾ, ਫਿਰ ਸਾਡੇ ਜਿਹੜੇ, ਮੈਂ ਦੂਜੇ ਵਿਦਵਾਨਾਂ ਦੀ ਗੱਲ ਕਰਦਾ, ਜਿਨ੍ਹਾਂ ਨੂੰ ਮੈਂ ਉਹਨਾਂ ਨੂੰ ਇਹ ਵੀ ਕਹਿਣਾ ਵੀ ਸਾਡੇ ਰਹਿਬਰ ਵੀ ਆ, ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ, ਹੈ ਨਾ, ਹੋਰ ਸਾਡੇ ਗਦਰੀ ਬਾਬੇ ਸਾਰੇ ਹੋਏ ਆ ਜਿਹੜੇ। ਸੋ ਇਹ ਵੀ ਸਾਡੇ ਇੱਕ ਉਹ ਵਿਦਵਾਨ ਸੀ ਜਿਨ੍ਹਾਂ ਨੇ ਸਮਝਿਆ ਵੀ ਆਪਦੀ ਆਜ਼ਾਦੀ ਖਾਤਰ ਲੜਨਾ ਪਊਗਾ, ਤੇ ਇੱਕ ਕੰਪਲੀਟ ਟੋਟਲ ਫਰੀਡਮ ਚਾਹੀਦੀ ਹੈ ਸਾਨੂੰ, ਜਿੱਥੇ ਪੋਲੀਟੀਕਲ ਫਰੀਡਮ ਦੇ ਨਾਲ ਨਾਲ ਸੋਸ਼ਲ ਫਰੀਡਮ ਵੀ ਹੋਵੇ। ਸੱਚੀ ਸੁੱਚੀ ਆਜ਼ਾਦੀ, ਤੁਸੀਂ ਇਹਦੇ ਬਾਰੇ ਵੀ ਲਿਖਿਆ ਹੈਗਾ। ਹਾਂਜੀ, ਇੱਕ ਸੱਚੀ ਤੇ ਸੁੱਚੀ ਜਿਹੜੀ ਆਜ਼ਾਦੀ ਹੈ ਨਾ, ਉਹ ਬਹੁਤ ਜ਼ਰੂਰੀ ਆ, ਪਰ ਸਾਨੂੰ ਦਿੱਤੀ ਨਹੀਂ ਜਾ ਰਹੀ। ਦਿੱਲੀ ਸਾਨੂੰ ਐ ਜਮਾਂ ਥੱਲੇ ਡੱਕ ਕੇ ਰੱਖਦਾ ਵੀ ਤੁਸੀਂ ਇੱਥੇ ਹੀ ਰਹਿਣਾ, ਇਦੋਂ ਉੱਤੇ ਥੱਲੇ ਹੋਏ ਇੱਕ ਸਕੇਲ ਆ, ਉਹ ਤੋਂ ਉੱਤੇ ਥੱਲੇ ਹੋਏ ਤਾਂ ਅਸੀਂ ਤੁਹਾਨੂੰ ਬਰਦਾਸ਼ਤ ਨਹੀਂ ਕਰਾਂਗੇ। ਤੁਸੀਂ ਆਪਦੇ ਹੱਕ ਨਹੀਂ ਮੰਗ ਸਕਦੇ, ਜਿਹੜੇ ਅਸੀਂ ਦਿੱਤੇ ਆ ਹੱਕ ਉਹੀ ਲੈਣੇ ਪੈਣੇ ਆ। ਫਿਰ ਐਂ ਤਾਂ ਨਹੀਂ ਗੱਲ ਬਣਦੀ ਹੁੰਦੀ, ਪੰਜਾਬੀਆਂ ਨਾਲ ਤਾਂ ਜਮਾਂ ਹੀ ਨਹੀਂ ਬਣ ਸਕਦੀ। ਕੁਝ ਇਹੋ ਜਿਹਾ ਹਾਦਸਾ ਵੀ ਹੋਇਆ ਜਦ ਤੁਸੀਂ ਸਨੀ ਦਿਓਲ ਨਾਲ ਰਹੇ, ਜਾਂ ਕੁਝ ਤੁਸੀਂ ਦੇਖਿਆ ਕਿ ਦਿੱਲੀ ਵੱਲੋਂ ਠੀਕ ਨਹੀਂ ਹੋ ਰਿਹਾ, ਕੁਝ ਇਹੋ ਜਿਹਾ ਕਿੱਥੇ ਤੇ ਚੁੱਭਿਆ ਹੋਣਾ ਜੋ ਮਹਿਸੂਸ ਹੋ ਰਿਹਾ ਕਿ ਦਿੱਲੀ ਸਾਡੇ ਨਾਲ ਠੀਕ ਨਹੀਂ ਕਰ ਰਹੀ? ਦੇਖੋ, ਮੈਂ ਇਸ ਟਾਈਮ ਜਿਹੜੇ ਸਾਡੇ ਹੁਕਮਰਾਨ ਆ ਜਾਂ ਬੀਜੇਪੀ ਆ, ਉਹਨਾਂ ਦੀ ਸਾਰੀ ਵਰਕਿੰਗ ਦੇਖੀ, ਮੈਂ RSS ਕਿਵੇਂ ਆਪਰੇਟ ਕਰਦੀ ਆ ਉਹ ਵੀ ਦੇਖੀ। ਹੁਣ ਜਦੋਂ ਮੈਨੂੰ ਇਹ ਗੱਲ ਦੀ ਸਮਝ ਆਈ ਵੀ ਪੰਜਾਬ ਨੂੰ, ਪੰਜਾਬ ਦੀ ਹੋਂਦ ਨੂੰ ਖਤਰਾ, ਸਾਡੇ ਇਤਿਹਾਸ ਦੇ ਪਿੱਛੇ ਲੱਗੇ ਹੋਏ ਆ, ਸਾਡੇ ਗ੍ਰੰਥਾਂ ਦੇ ਪਿੱਛੇ ਲੱਗੇ ਹੋਏ ਆ, ਸਾਡੀ ਆਈਡੈਂਟਿਟੀ ਦੇ ਉੱਤੇ, ਡਿਸਟਿੰਕਟ ਆਈਡੈਂਟਿਟੀ ਦੇ ਉੱਤੇ ਲੱਗੇ ਹੋਏ ਆ, ਸਾਡੇ ਕਲਚਰ, ਸੱਭਿਆਚਾਰ ਦੇ ਉੱਤੇ ਲੱਗੇ ਹੋਏ ਆ। ਜੇ ਇਹ ਸਾਰੀਆਂ ਚੀਜ਼ਾਂ ਨੂੰ ਅਸਿਮੀਲੇਟ ਕਰਨਾ ਚਾਹੁੰਦੇ ਆ, ਦੇਖੋ ਆਪਦੇ ਆਪ 'ਚ ਮਿਲਾਉਣਾ, ਅੱਜ ਦੀ ਜਿਹੜੀ ਸਾਨੂੰ ਇਹ ਪਹਿਲਾਂ ਤਾਂ ਸਮਝਣਾ ਪਊਗਾ ਵੀ ਸਾਡਾ ਦੁਸ਼ਮਣ ਕੌਣ ਆ। ਜੇ ਮੈਂ
ਹੁਣ ਗੱਲ ਕਰ ਰਹੇ ਹਾਂ ਵੀ ਪੰਜਾਬ ਦੀ ਹੋਂਦ ਨੂੰ ਖਤਰਾ, ਪੰਜਾਬੀਆਂ ਦੀ ਹੋਂਦ ਨੂੰ ਖਤਰਾ। ਤੁਸੀਂ ਵਰਕਿੰਗ, ਜੇ ਮੈਂ ਇੱਥੇ ਸਟੈਪ ਰੁਕ, ਵਰਕਿੰਗ ਨੂੰ ਕਿੱਦਾਂ ਅਬਜ਼ਰਵ ਕੀਤਾ, ਕਿੱਦਾਂ ਤੁਹਾਨੂੰ ਇਹ ਸਮਝ ਆਈਆਂ ਚੀਜ਼ਾਂ? ਦੇਖੋ, ਇਹ ਸਮਝ ਇਸ ਤਰ੍ਹਾਂ ਆਈਆਂ, ਕੁਝ ਗੱਲਾਂ ਹੁੰਦੀਆਂ ਸਾਨੂੰ ਪ੍ਰਗਟ ਰੂਪ 'ਚ ਦਿਖ ਜਾਂਦੀਆਂ, ਕੁਝ ਗੱਲਾਂ ਹੁੰਦੀਆਂ ਅਦ੍ਰਿਸ਼ ਰੂਪ 'ਚ ਹੁੰਦੀਆਂ, ਉਹ ਚੱਲ ਰਹੀਆਂ ਹੁੰਦੀਆਂ ਪਰ ਸਾਨੂੰ ਦਿਖਦੀਆਂ ਨਹੀਂ। ਹੁਣ ਹਿੰਦੁਸਤਾਨ ਦੀ ਕੋਈ ਵੀ ਸਰਕਾਰ ਆ, ਇੰਡੀਆ ਦੀ ਕੋਈ ਵੀ ਸਰਕਾਰ ਆ, ਉਹਨਾਂ ਦੀ ਇੱਕ ਜਿੱਦ ਆ ਵੀ ਅਸੀਂ ਇੰਡੀਆ ਨੇਸ਼ਨ ਬਿਲਡ ਕਰਨਾ। ਉਹ ਇਸ ਗੱਲ ਨੂੰ ਨਹੀਂ ਸਮਝਦੇ ਵੀ ਇੰਡੀਆ ਇੱਕ ਟੈਰੀਟੋਰੀਅਲ ਸਪੇਸ ਆ ਜਿੱਥੇ ਬਹੁ ਗਿਣਤੀ ਕੌਮਾਂ ਰਹਿ ਕੇ ਇੱਕ ਦੇਸ਼ ਬਣਾਉਂਦੀਆਂ, ਤੇ ਉਹਨਾਂ ਦੀ ਵੰਨ-ਸਵੰਨਤਾ ਨੂੰ ਮਾਨਤਾ ਦਿਓ, ਉਹਦਾ ਸਤਿਕਾਰ ਕਰੋ। ਉਨੀ ਹੀ ਜ਼ਰੂਰੀ ਆ ਇਹ ਵੰਨ-ਸਵੰਨਤਾ ਨੂੰ ਸਤਿਕਾਰ ਦੇਣਾ। ਜਿਹੜੀ ਬਾਇਓਡਾਇਵਰਸਿਟੀ ਆ, ਜਿਹੜੀ ਬਾਇਓ ਵੰਨ-ਸਵੰਨਤਾ, ਉਨੀ ਹੀ ਕਲਚਰਲ ਵੰਨ-ਸਵੰਨਤਾ ਜ਼ਰੂਰੀ ਆ। ਪਰ ਇਹਨਾਂ ਦੀ ਇੱਕ ਜਿੱਦ ਇਹ ਆ ਵੀ ਅਸੀਂ ਸਭ ਕੁਛ ਜਿਹੜਾ ਇਹ ਘੱਟ ਗਿਣਤੀ ਵਰਗ ਆ, ਇਹਨੂੰ ਖਤਮ ਕਰਕੇ ਇਹਨੂੰ ਬਹੁ ਗਿਣਤੀ ਜਿਹੜਾ ਇਹਨਾਂ ਨੇ ਬਣਾਇਆ ਹੋਇਆ, ਜਿਹਨੂੰ ਹਿੰਦੂ ਰਾਸ਼ਟਰ ਦਾ ਨਾਂ ਦਿੱਤਾ ਜਾ ਰਿਹਾ ਅੱਜ ਦੀ ਡੇਟ 'ਚ, ਉਹਦੇ 'ਚ ਹੀ ਮਿਲਾ ਲੈਣਾ। ਹੁਣ ਇਹ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਪਾਠ ਕਰਨਾ ਕਰੋ, ਸਾਨੂੰ ਕੋਈ ਪ੍ਰੋਬਲਮ ਨਹੀਂ। ਤੁਸੀਂ ਗਾਤਰੇ ਪਾਉਣੇ ਆ ਪਾਓ, ਸਾਨੂੰ ਕੋਈ ਪ੍ਰੋਬਲਮ ਨਹੀਂ। ਤੁਸੀਂ ਦਾੜੀਆਂ ਰੱਖਣੀਆਂ ਰੱਖੋ, ਪਰ ਤੁਸੀਂ ਹੈ ਸਾਡੇ 'ਚੋਂ ਹੀ। ਪਰ ਅਸੀਂ ਕਹਿੰਦੇ ਆ ਗੁਰੂ ਨਾਨਕ ਸਾਹਿਬ ਨੇ ਤਾਂ ਸਾਰੇ ਕਰਮਕਾਂਡਾਂ ਦਾ ਖੰਡਨ ਕੀਤਾ ਸੀ। ਗੁਰੂ ਨਾਨਕ ਸਾਹਿਬ ਨੇ ਤਾਂ ਸਰਬੱਤ ਦੇ ਭਲੇ ਦੀ ਗੱਲ ਕੀਤੀ ਸੀ। ਗੁਰੂ ਨਾਨਕ ਸਾਹਿਬ ਨੇ ਤਾਂ ਦਰਜਾ ਬਦਰਜੀ, ਊਚ ਨੀਚ ਖਤਮ ਕੀਤੀ ਸੀ। ਫਿਰ ਤੁਹਾਡੇ 'ਚ ਤਾਂ ਦਰਜਾ ਬਦਰਜੀ ਕਿੰਨੀ ਪਈ ਆ, ਤੁਹਾਡੇ 'ਚ ਤਾਂ ਊਚ ਨੀਚ ਕਿੰਨੀ ਪਈ ਆ। ਆ ਜਿਹੜਾ ਤੁਸੀਂ ਇੱਕ ਦਲਿਤ ਸਮਾਜ ਸਿਰਜਤਾ, ਇਹ ਤਾਂ ਸਾਡੇ ਵਰਗੇ ਹੀ ਆ ਨਾ। ਜੇ ਇਹ ਦਲਿਤ ਆ ਤਾਂ ਅਸੀਂ ਵੀ ਦਲਿਤ ਆ। ਤੁਸੀਂ ਐਡੀ ਵੱਡੀ ਦਰਜਾ ਬਦਰਜੀ ਇਹਨਾਂ ਨੂੰ ਐਡਰੈਸ ਕਰੋ। ਗੁਰੂ ਨਾਨਕ ਸਾਹਿਬ ਨੇ ਜਾਂ ਸਾਡੇ ਸਿੱਖ ਗੁਰੂਆਂ ਨੇ ਤਾਂ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਬੋ ਦੀ ਗੱਲ ਕੀਤੀ ਆ। ਤੁਸੀਂ ਸਾਡੇ ਪਿੰਡਾਂ 'ਚ ਹੁਣ ਅੱਜ ਦੀ ਡੇਟ 'ਚ ਅਸੀਂ ਗੁਰਦੁਆਰਿਆਂ ਤੋਂ ਲੈ ਕੇ ਸਿਵਿਆਂ ਤੱਕ ਵੰਡੇ ਪਏ ਆ, ਹੈ ਨਾ। ਫਲਾਣੇ ਭਾਈਚਾਰੇ ਦਾ ਇੱਕ ਗੁਰਦੁਆਰਾ, ਸਿੱਖ ਭਾਈਚਾਰੇ ਦਾ ਇੱਕ ਗੁਰਦੁਆਰਾ, ਤੇ ਇੱਕ ਰਾਮਦਾਸੀ ਭਾਈਚਾਰੇ ਦਾ ਗੁਰਦੁਆਰਾ, ਆਈ ਸਿਵਿਆਂ ਦਾ। ਸ਼ਮਸ਼ਾਨ ਘਾਟ ਵੀ ਵੱਖਰੇ ਕਰਦੇ। ਹਾਂਜੀ। ਸੋ ਇਸ ਕਰਕੇ ਜੇ ਅਸੀਂ ਨਹੀਂ ਲੜਾਂਗੇ, ਸਾਨੂੰ ਦੇਖੋ, ਮੈਂ ਹਮੇਸ਼ਾ ਇਹ ਮੰਨਦਾ ਵੀ ਸਾਡੇ ਇੱਥੇ ਹਿੰਦੂ ਵੀ ਵਸਦੇ ਆ, ਸਾਡੇ ਆਪਦੇ ਆ, ਸਾਡੇ ਹੋਰ ਵੀ ਵਰਗ ਜਿਹੜੇ ਦਲਿਤ ਵਰਗ ਸਾਡੇ ਭਰਾ ਉਹ ਵੀ ਵਸਦੇ ਆ, ਸਾਡਾ ਹੋਰ ਬਾਲਮੀਕੀ ਭਾਈਚਾਰਾ ਵੀ ਵਸਦਾ, ਖੱਤਰੀ ਵੀ ਵਸਦੇ ਆ, ਸਿੱਖ ਵੀ ਵਸਦੇ ਆ। ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਪੰਜਾਬ ਲਈ, ਜੇ ਆਪਾਂ ਕਹਿੰਦੇ ਆ ਪੰਜਾਬ ਵਸਦਾ ਗੁਰੂਆਂ ਦੇ ਨਾਂ, ਉਹਨਾਂ ਦੇ ਫਲਸਫੇ ਨੂੰ, ਇਸ ਧਰਤੀ ਨੂੰ ਸਿਰਜਣ ਵਾਸਤੇ ਬਹੁਤ ਵੱਡੀ ਦੇਣ ਆ, ਯੋਗਦਾਨ ਆ। ਉਵੇਂ ਹੀ ਜਿਵੇਂ ਆਪਾਂ ਹਰਿਦੁਆਰ ਕਹਿ ਲਈਏ ਤਾਂ ਇੱਕ ਹਿੰਦੂ ਫਲਸਫਾ ਨੇ ਉਹ ਧਰਤੀ ਸਿਰਜੀ ਹੋਈ ਆ। ਅਸੀਂ ਕਾਸ਼ੀ ਕਹਿ ਲਈਏ, ਹਿੰਦੂ ਫਲਸਫੇ ਨੇ ਸਿਰਜੀ ਹੋਈ ਆ। ਤੇ ਇਹਦੇ ਤੇ ਸਾਨੂੰ ਕੋਈ, ਇਹਦੇ ਤੇ ਆਪਾਂ ਕਿਸੇ ਨੂੰ ਥੱਲੇ ਨਹੀਂ ਲਾ ਰਹੇ ਤੇ ਆਪਦੇ ਆਪ ਨੂੰ ਉੱਚਾ ਨਹੀਂ ਦਿਖਾ ਰਹੇ। ਹਾਂਜੀ, ਇੱਕ ਇਸ ਧਰਤੀ ਦੀ ਆਪਦੀ ਵਿਸ਼ੇਸ਼ਤਾ, ਹਨਾ, ਵਿਸ਼ੇਸ਼ਤਾ, ਕਿਉਂਕਿ ਗੁਰੂਆਂ ਦੀ ਧਰਤੀ ਆ, ਉਹ ਸਾਡਾ ਸਤਿਕਾਰ ਕਰਨਾ, ਉਹਨਾਂ ਦਾ ਸਤਿਕਾਰ ਉਹ ਤਾਂ ਕਰਦੇ ਹੀ ਆ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਤਾਂ ਸੀ ਜਗਤ ਗੁਰੂ, ਹਨਾ। ਪਰ ਜੇ ਤੁਸੀਂ ਇਹ ਕਹੋ, ਅੱਜ ਇੰਡੀਅਨ ਸਟੇਟ ਇਹ ਗੱਲ ਕਹੇ ਵੀ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਖਾਣਾ ਕੀ ਆ, ਪੀਣਾ ਕੀ ਆ, ਪਹਿਨਣਾ ਕੀ ਆ, ਕਿਹੜਾ ਮਾਸ ਖਾਣਾ ਨਹੀਂ ਖਾਣਾ, ਤੇ ਐਂਟਰਟੇਨਮੈਂਟ ਕਿਵੇਂ ਹੋਣਾ, ਤੁਹਾਨੂੰ ਨੈਰੇਟਿਵ, ਤੁਹਾਡਾ ਬਿਰਤਾਂਤ ਵੀ ਜਿਹੜਾ ਰਚਨਾ ਅਸੀਂ ਰਚਾਂਗੇ, ਤੁਸੀਂ ਆਪਦਾ, ਤੁਹਾਡੇ ਗੁਰੂਆਂ ਬਾਰੇ ਵੀ ਅਸੀਂ ਸਮਝਾਉਣੇ ਆ, ਤੁਸੀਂ ਤਾਂ ਗੁਰੂਆਂ ਨੂੰ ਸਮਝ ਹੀ ਨਹੀਂ ਸਕੇ, ਤੁਹਾਡਾ ਇਤਿਹਾਸ ਵੀ ਅਸੀਂ ਦਿੰਨੇ ਆ ਤੁਹਾਨੂੰ, ਫਿਰ ਅਸੀਂ ਕਹਾਂਗੇ ਨਹੀਂ, ਆਏ ਨਹੀਂ ਚੱਲਦੀ ਗੱਲ। ਸੁਦੀਪ, ਅੱਜ ਤੁਸੀਂ ਜਦ ਇੱਕ ਕ੍ਰਾਂਤੀਕਾਰੀ ਸੋਚ ਲੈ ਕੇ ਆ ਰਹੇ, ਤੁਹਾਨੂੰ ਬਹੁਤ ਲੋਕ ਇਹ ਸਵਾਲ ਪੁੱਛ ਰਹੇ, ਮੈਂ ਸਾਡੇ ਦਰਸ਼ਕਾਂ ਲਈ ਸਵਾਲ ਪੁੱਛਦੀ ਹਾਂ ਕਿ ਤੁਸੀਂ ਸਨੀ ਦਿਓਲ ਨੂੰ, ਜੋ ਇੱਥੇ ਦੀ ਨੁਮਾਇੰਦਗੀ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਪੰਜਾਬ ਦਾ ਦਰਦ ਨਹੀਂ ਸਮਝਾ ਪਾਏ? ਸਹੀ ਪੁੱਛੋ ਤਾਂ ਮੈਂ ਨਹੀਂ ਸਮਝਾ ਪਾਇਆ ਜੀ, ਸੱਚ ਤੁਹਾਨੂੰ ਦੱਸਦਾ। ਕਿਉਂਕਿ ਉਵੇਂ ਹੀ ਜਿਵੇਂ ਮੈਨੂੰ ਲੱਗਦਾ ਜਿਨ੍ਹਾਂ ਨੇ ਜਿਤਾਇਆ ਉਹਨਾਂ ਨੂੰ ਲੱਗਦਾ ਸੀ ਵੀ ਸਾਡੀ ਬਾਈ ਗੱਲ ਕਰੂਗਾ, ਜਾਂ ਜਿਹੜੇ ਮੀਡੀਆ ਨੇ ਇੰਟਰਵਿਊਜ਼ ਕੀਤੀਆਂ, ਜਿਨ੍ਹਾਂ ਨੇ ਕਾਰਾਂ ਪਿੱਛੇ ਲਾਈਆਂ, ਉਦੋਂ ਸਾਰਿਆਂ ਨੂੰ ਲੱਗਦਾ ਸੀ, ਮੈਨੂੰ ਵੀ ਉਵੇਂ ਹੀ ਲੱਗਦਾ ਸੀ ਵੀ ਬਾਈ ਸਾਡੀ ਗੱਲ ਕਰੂਗਾ। ਪਰ ਬਾਈ ਨੇ ਗੱਲ ਨਹੀਂ ਕੀਤੀ। ਕਿਉਂ ਨਹੀਂ ਕੀਤੀ? ਕੋਈ ਸਣੀ ਬਾਈ ਦੀ ਮਜਬੂਰੀ ਆ, ਕੀ ਹੈ, ਤਾਂ ਹੁਣ ਉਹ ਜਾਣਦੇ ਆ। ਮੈਂ ਕੋਸ਼ਿਸ਼ ਕੀਤੀ, ਮੈਂ ਕਿਹਾ ਤੁਸੀਂ ਲੋਕਾਂ ਲਈ ਖੜੇ ਹੋ ਜਾਓ, ਜਿੰਨਾ ਪਿਆਰ ਤੁਹਾਨੂੰ ਲੋਕ ਕਰਦੇ ਆ ਨਾ, ਲੋਕ ਪਤਾ ਹੀ ਨਹੀਂ ਕਿੱਥੇ ਬਿਠਾ ਦੇਣਗੇ ਤੁਹਾਨੂੰ ਜਾ ਕੇ। ਪਰ ਉਹ ਸਰਕਾਰ ਦੇ ਹੱਕ 'ਚ ਭੁਗਤ ਗਏ। ਹੁਣ ਮੈਂ, ਅੱਛਾ, ਮੇਰੇ ਸਿਧਾਂਤਕ ਵਖਰੇਵੇਂ ਹੋ ਗਏ, ਇਸ ਗੱਲ ਕਰਕੇ ਮੇਰਾ ਰਿਸ਼ਤਾ ਵੀ ਬਾਹਲਾ ਸੁਖਾਵਾਂ ਨਹੀਂ ਰਿਹਾ ਉਹਨਾਂ ਨਾਲ। ਪਰ ਜਿਹੜੀ ਗੱਲ ਤੁਸੀਂ ਪੁੱਛੀ ਆ ਵੀ ਮੈਂ ਨਹੀਂ ਸਮਝਾ ਪਾਇਆ, ਮੈਂ ਚਾਹੁੰਦਾ ਜ਼ਰੂਰ ਸੀ ਸਮਝਾਈਏ, ਚਾਹੁੰਦਾ ਇਹ ਸੀ ਵੀ ਸਾਡਾ ਬੰਦਾ ਪਾਰਲੀਮੈਂਟ 'ਚ ਜਾ ਕੇ ਸਾਡੇ
ਪੰਜਾਬ ਦੇ ਲੋਕਾਂ ਲਈ ਕੋਈ ਦਹਾੜ ਮਾਰੇ, ਪਰ ਉਹਨਾਂ ਨੇ ਨਹੀਂ ਕੀਤੀ। ਸੋ ਮੈਨੂੰ ਵੀ ਨਹੀਂ ਗੱਲ ਇਹ ਸਮਝ ਆਈ। ਉਦੋਂ ਇੱਕ ਵਰਗ ਜਿਸ ਵਿੱਚ ਮੈਂ ਵੀ ਸ਼ਾਮਿਲ ਸੀ, ਅਸੀਂ ਮੰਨਦੇ ਸੀ ਕਿ ਜੋ ਇਨਸਾਨ ਲੋਕਾਂ ਵਿੱਚੋਂ ਨਹੀਂ ਉੱਠ ਕੇ ਆਇਆ, ਜਿਸਨੇ ਅੱਜ ਤੱਕ ਕਦੀ ਸਿਆਸਤ ਨਹੀਂ ਕੀਤੀ, ਲੋਕਾਂ ਦਾ ਦਰਦ ਨਹੀਂ ਪਿੰਡ ਪਿੰਡ 'ਤੇ ਜਾ ਕੇ ਨਹੀਂ ਕੀਤਾ, ਉਹਨੂੰ ਨੁਮਾਇੰਦਗੀ ਦੇਣੀ ਗਲਤ ਹੈ, ਸਿਰਫ ਇਸ ਕਰਕੇ ਕਿ ਉਸਨੇ ਇੱਕ ਫਿਲਮ ਵਿੱਚ ਨਲਕਾ ਪੁੱਟਿਆ ਸੀ ਜਾਂ ਉਹਦਾ 2.5 ਕਿਲੋ ਦਾ ਹੱਥ ਹੈਗਾ। ਅੱਜ ਤੁਸੀਂ ਮੰਨਦੇ ਹੋ ਕਿ ਅਸੀਂ ਜਿਸ ਤਰੀਕਾ ਨਾਲ ਆਪਣੀ ਵੋਟ ਪਾਉਂਦੇ ਹਾਂ, ਉਹ ਵੋਟ ਦਾ ਪਾਉਣ ਦਾ ਜ਼ਿੰਮੇਦਾਰੀ ਜੋ ਵੋਟਰ 'ਤੇ ਹੈ, ਉਹ ਅਸੀਂ ਕਿਸ ਤਰ੍ਹਾਂ ਪੂਰੀ ਨਹੀਂ ਕਰ ਪਾ ਰਹੇ? ਕਿਉਂਕਿ ਕਿਸ ਤਰ੍ਹਾਂ ਪਰਖਿਆ ਜਾਏ ਕਿ ਅਸੀਂ ਇੱਕ ਮੂਵੀ ਦੇ ਡਾਇਲੌਗ ਦੇ ਬੇਸ 'ਤੇ ਤੁਸੀਂ ਵੀ ਸਮਝ ਲਿਆ, ਅੱਜ ਵੋਟਰਾਂ ਨੇ ਵੀ ਸਮਝ ਲਿਆ ਕਿ ਇੱਕ ਇਨਸਾਨ ਨੂੰ ਨਹੀਂ ਪਰਖ ਸਕਦੇ ਕਿ ਉਹ ਕੱਲ੍ਹ ਨੂੰ ਤੁਹਾਡੀ ਨੁਮਾਇੰਦਗੀ ਜ਼ਿੰਮੇਦਾਰੀ ਨਾਲ ਨਿਭਾਏਗਾ ਕਿ ਨਹੀਂ। ਹਾਂਜੀ, ਇਹ ਗੱਲ ਉਵੇਂ ਹੀ ਹੈ ਜੀ, ਜਿਵੇਂ ਦੇਖੋ ਇੱਕ ਪੋਲੀਟੀਕਲ ਸਟਰਕਚਰ ਹੁੰਦਾ ਹੈ ਨਾ, ਡੈਮੋਕ੍ਰੈਟਿਕ ਸਟਰਕਚਰ ਇਸ ਖਿੱਤੇ ਨੂੰ, ਇੰਡੀਆ ਨੂੰ ਦਿੱਤਾ ਹੋਇਆ। ਸਾਨੂੰ ਉਸ ਡੈਮੋਕ੍ਰੇਸੀ ਨੂੰ ਸਮਝਦੇ ਲੋਕਾਂ ਨੂੰ ਆਪਦੇ ਹੱਕ, ਆਪਦੇ ਅਧਿਕਾਰ, ਆਪਦੀਆਂ ਮੰਗਾਂ ਸਮਝਦੇ ਹਾਏ ਤਾਂ ਸਾਨੂੰ ਸਾਡੇ ਹੱਕ ਨਹੀਂ ਪਤਾ, ਸਾਡੀਆਂ ਮੰਗਾਂ ਦਾ ਕਿਵੇਂ ਪਤਾ ਹੋਊਗਾ? ਸਾਡੇ ਮਸਲਿਆਂ ਦੀ ਸਾਨੂੰ ਪੂਰੀ, ਜੇ ਅਸੀਂ ਕਹਿ ਲਈਏ ਸੰਪੂਰਨ ਤੌਰ 'ਤੇ ਸਮਝ ਹੈ ਨਹੀਂ। ਹੁਣ ਉਵੇਂ ਹੀ ਇਹ ਇੱਕ ਵਰਤਾਰਾ ਹੁੰਦਾ, ਹੌਲੀ ਹੌਲੀ ਅਸੀਂ ਇਹ ਗੱਲਾਂ ਨੂੰ ਸਮਝਦੇ ਹਾਂ, ਸਿੱਖਦੇ ਹਾਂ, ਅਤੇ ਤਾਂ ਹੀ ਇੱਕ ਸੁਸਾਇਟੀ ਸਿਵਲਾਈਜ਼ਡ ਹੋ ਕੇ, ਜਾਗਰੂਕ ਸੁਸਾਇਟੀ ਬਣ ਕੇ ਅਤੇ ਚੰਗੇ ਲੀਡਰ, ਚੰਗੇ ਆਗੂ ਸਿਰਜਦੀ ਆ। ਪਰ ਇੰਨੀ ਸੁਸਾਇਟੀ ਸਾਡੀ ਜਾਗਰੂਕ ਹਜੇ ਤੱਕ ਨਹੀਂ ਆ, ਤਾਂ ਹੀ ਤਾਂ ਸਾਡੇ ਨਾਲ 50-70 ਸਾਲਾਂ ਤੋਂ ਪੰਜਾਬ ਦੇ ਆਗੂ ਵੀ ਗਦਾਰੀਆਂ ਕਰੀ ਜਾਂਦੇ ਆ, ਵਿਕ ਜਾਂਦੇ ਆ, ਦਿੱਲੀ ਤੋਂ ਚੱਕ ਕੇ ਕੁਰਸੀਆਂ ਲੈ ਆਉਂਦੇ ਆ ਵਜ਼ਾਰਤ ਦੀਆਂ, ਅਤੇ ਪੰਜਾਬੀਆਂ ਨੂੰ ਜਾਂ ਸਾਡੀ ਕੌਮ ਨੂੰ ਉੱਥੇ ਗਹਿਣੇ ਰੱਖੇ ਆਉਂਦੇ ਆ। ਸੋ ਜਦੋਂ ਤੱਕ ਇਹ ਥੱਲੇ ਲੈਵਲ ਤੱਕ ਮੈਨੂੰ ਲੱਗਦਾ ਜਾਗਰੂਕਤਾ ਨਹੀਂ ਆਊਗੀ, ਲੋਕ ਅਵੇਅਰ ਨਹੀਂ ਹੋਣਗੇ, ਉਹਨਾਂ ਨੂੰ ਵੋਟ ਦਾ ਉਹਦਾ ਮਹਿਣਾ ਨਹੀਂ ਪਤਾ ਹੋਊਗਾ, ਤਾਂ ਸਾਡੇ ਚੰਗੇ ਆਗੂ ਵੀ ਨਹੀਂ ਸਿਰਜੇ ਜਾਣੇ, ਸਾਡੇ ਲੀਡਰ ਹੀ ਨਹੀਂ ਸਿਰਜੇ ਜਾਣੇ। ਉਹੀ ਗੱਲ ਆ, ਹੁਣ ਜੇ ਮੈਂ ਖੜਾ ਸੀ ਉੱਥੇ ਤਾਂ ਇਮੋਸ਼ਨਲੀ ਮੈਂ ਇਹ ਮੰਨਦਾ ਸੀ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਨੂੰ ਦੇਖਿਆ ਫਿਲਮਾਂ 'ਚ ਉਵੇਂ ਗੱਲਾਂ ਕਰਦੇ ਵੀ ਬੰਦਾ ਖੜਾ ਹੋ ਜਾਂਦਾ ਲੋਕਾਂ ਲਈ, ਬੰਦਾ ਲੜਦਾ ਐਸਟੈਬਲਿਸ਼ਮੈਂਟ ਦੇ ਜਾਂ ਸਰਕਾਰ ਦੇ ਖਿਲਾਫ। ਸੋ ਕਿਤੇ ਨਾ ਕਿਤੇ ਉਹ ਕਿਰਦਾਰ ਤੁਹਾਡੇ 'ਤੇ ਹਾਵੀ ਹੋਣ ਲੱਗ ਜਾਂਦੇ ਆ। ਸੋ ਜੇ ਮੈਂ ਕਹਾਂ ਵੀ ਮੈਂ ਉਸ ਗੱਲ ਦਾ ਸ਼ਿਕਾਰ ਨਹੀਂ, ਮੈਂ ਵੀ ਉਸੇ ਗੱਲ ਦਾ ਸ਼ਿਕਾਰ ਹਾਂ, ਪਰ ਰਿਐਲਿਟੀ 'ਚ ਕਈ ਵਾਰੀ ਸਾਨੂੰ ਜਾ ਕੇ ਕੁਝ ਹੋਰ ਅਸੀਂ ਸੱਚਾਈ ਸਾਡੇ ਸਾਹਮਣੇ ਆਉਂਦੀ ਆ। ਜਦੋਂ ਅਸੀਂ ਉਸ ਸੱਚਾਈ ਨੂੰ ਦੇਖਦੇ ਹਾਂ, ਫਿਰ ਕਾਫੀ ਗੱਲਾਂ ਸਿੱਖਦੇ ਹਾਂ ਜੀ। ਤਾਂ ਹੀ ਸਾਨੂੰ ਵਰਤਾਰਿਆਂ ਤੋਂ, ਪੁਰਾਣੀ ਸਾਡੀਆਂ ਫੇਲੀਅਰਸ ਤੋਂ, ਜਾਂ ਜੋ ਵੀ ਇੱਥੇ ਇਨਸੀਡੈਂਟਸ ਹੋਏ ਉਹ ਤੋਂ ਸਿੱਖਣਾ ਚਾਹੀਦਾ। ਹੁਣ ਸਾਡਾ ਪੰਜਾਬ ਜਾਂ ਲੋਕ ਉਸ ਜਗ੍ਹਾ 'ਤੇ ਆ ਕੇ ਖੜੇ ਹੋ ਗਏ ਆ ਵੀ ਜਿੱਥੇ ਜਾਂ ਤਾਂ ਕਬਰਾਂ 'ਚ ਧੱਕੇ ਜਾਣਗੇ ਜਾਂ ਅਸੀਂ ਕੁਛ ਨਾ ਕੁਛ ਲੈ ਡਿੱਗਾਂਗੇ। ਅਦੀਪ, ਤੁਸੀਂ ਅੱਜ ਜਿਸ ਸੋਚ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਤੁਹਾਡੇ ਵਰਗੇ ਨੌਜਵਾਨ, ਅੱਜ ਤੁਹਾਨੂੰ ਨੌਜਵਾਨ ਸੁਣ ਰਹੇ ਨੇ, ਨਹੀਂ ਕਿ ਦੀਪ ਸਿੱਧੂ ਇੱਕ ਐਕਟਰ ਹੈ, ਪਰ ਤੁਹਾਡੀ ਇੱਕ ਗੱਲ ਨੂੰ ਸੁਣ ਰਹੇ। ਤੁਸੀਂ ਜੇ SGPC ਸਵਾਲ ਚੁੱਕਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਕਿੱਥੇ ਗਾਇਬ ਹੋ ਗਏ, ਤਾਂ ਲੋਕ ਤੁਹਾਨੂੰ ਸੁਣਦੇ, ਤੁਸੀਂ ਕਿਸਾਨਾਂ ਵਾਸਤੇ ਜਾ ਕੇ ਖੜੇ ਹੋ ਤਾਂ ਲੋਕ ਤੁਹਾਨੂੰ ਸੁਣ ਰਹੇ ਹੈ। ਅਤੇ ਅੱਜ ਨੌਜਵਾਨ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਹੈਗਾ? ਤੁਸੀਂ ਉਸ ਵਰਗ ਨੂੰ ਰਿਪਰੈਜ਼ੈਂਟ ਕਰਦੇ ਹੋ ਕਿ ਅੱਜ ਨੌਜਵਾਨ ਇੱਕ ਵਾਸਤੇ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਫਿਰ ਕਿੱਥੇ ਬੰਦੂਕਾਂ ਨਾ ਚੁੱਕ ਲੈਣ, ਕਿ ਉਹ ਜਿਹਾ ਡਰ ਅਸਲ ਹੈ ਕਿ ਇੰਨਾ ਗੁੱਸਾ ਹੈ ਨੌਜਵਾਨ ਵਿੱਚ ਅੱਜ? ਬਿਲਕੁਲ ਹੈ ਜੀ, ਇਹ ਗੱਲ ਜਮਾ ਸਹੀ ਆ। ਤੁਸੀਂ ਇਸ ਗੱਲ ਨੂੰ ਵੀ ਸਾਨੂੰ ਸਮਝਣ ਦੀ ਜ਼ਰੂਰਤ ਆ। ਸਟੇਟ ਆ ਨਾ ਜਿਹੜੀ, ਜਾਂ ਕੋਈ ਵੀ ਇਸਟੈਬਲਿਸ਼ਮੈਂਟ ਆ, ਹੁਕਮਰਾਨ ਆ, ਉਹ ਤੁਹਾਨੂੰ ਵਾਇਲੈਂਸ ਵੱਲ ਧੱਕਦੇ ਆ। ਕਿਵੇਂ ਧੱਕਦੇ ਆ ਵਾਇਲੈਂਸ ਵੱਲ? ਅਸੀਂ ਇੱਕ ਮੁਹਿੰਮ ਸ਼ੁਰੂ ਕਰਦੇ ਹਾਂ ਆਪਦੇ ਹੱਕਾਂ ਦੀ, ਵੀ ਸਾਨੂੰ ਸਾਡੇ ਹੱਕ ਦਿੱਤੇ ਜਾਣ। ਵੀ ਡਿਮਾਂਡ ਆ ਰਾਈਟਸ। ਯੋਰ ਵੌਇਸ ਇਜ਼ ਸਪਰੈਸਡ। ਤੁਹਾਡੀ ਆਵਾਜ਼ ਨੂੰ ਦੱਬਣਾ ਉਹਨਾਂ ਨੇ, ਜ਼ੁਲਮ ਤੇ ਜ਼ਬਰ ਕਰਨਾ ਤੁਹਾਡੇ 'ਤੇ, ਤੁਹਾਡੇ ਗੋਲੀਆਂ ਵੀ ਚਲਾਉਣੀਆਂ। ਜਾਮੀਆਂ 'ਚ ਜੋ ਹੋਇਆ ਸਾਨੂੰ ਪਤਾ ਹੀ ਆ, ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ 'ਤੇ ਗੋਲੀਆਂ ਚੱਲੀਆਂ ਅਤੇ ਉਹਨਾਂ 'ਤੇ ਹੀ ਪਰਚੇ ਕਰਤੇ। ਹੁਣ ਸਟੇਟ ਤੁਹਾਨੂੰ ਪੁਸ਼ ਕਰਦੀ ਆ ਵਾਇਲੈਂਸ ਵੱਲ, ਅਤੇ ਉਸ ਵਾਇਲੈਂਸ ਨੂੰ ਧੱਕਦੀ, ਫਿਰ ਨੱਪਦੀ ਕਿਵੇਂ ਆ? ਵੀ ਦੇਖੋ ਦੇਸ਼ ਦਰੋਹੀ ਆ, ਅਤੇ ਅਸੀਂ ਦੇਸ਼ ਦਾ ਹੱਕ 'ਚ ਇਹਨਾਂ ਨੂੰ ਦੱਬ ਰਹੇ ਹਾਂ ਅਤੇ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ, ਅਤੇ ਇਹ ਦੇਸ਼ ਦਰੋਹੀਆਂ ਦੇ ਹੱਕ 'ਚ ਵਾਇਲੈਂਸ ਕਰਨਾ ਉਹਨਾਂ ਨੂੰ ਉਹ ਜਸਟੀਫਾਈ ਕਰ ਦਿੰਦੇ ਆ। ਸਟੇਟ ਆ ਨਾ ਜਿਹੜੀ, ਉਹ ਫੰਕਸ਼ਨਿੰਗ ਕਿਵੇਂ ਕਰਦੀ ਆ, ਇਹਨੂੰ ਸਾਨੂੰ ਸਮਝਣਾ ਪਊਗਾ। ਕਿਉਂਕਿ ਸਾਡੀ ਮੁਹਿੰਮ ਉਹ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਹੁਣ, ਵੀ ਅਸੀਂ ਕਿਤੇ ਜਾ ਕੇ ਆਪਦੇ ਹਲਫਨਾਮੇ ਦੇ ਦਈਏ, ਜਾਂ ਆਪਦੇ ਅਸੀਂ ਮੰਗ ਪੱਤਰ ਦੇ ਦਈਏ, ਜਾਂ ਆਪਦੇ ਅਸੀਂ ਜਾ ਕੇ ਗਵਰਨਰ ਨੂੰ, ਪ੍ਰੈਜ਼ੀਡੈਂਟ ਨੂੰ, ਪ੍ਰਾਈਮ ਮਿਨਿਸਟਰ ਨੂੰ ਮਿਲ ਕੇ ਜੀ ਆਹ ਦੇਖੋ ਸਾਡੀਆਂ ਮੰਗਾਂ, ਅਤੇ ਉਹ ਪੂਰੀਆਂ ਕਰ ਦੇਣਗੇ। ਉਹ ਨਹੀਂ ਰਹੀਆਂ। ਜਿਹੜੀ ਸਟੇਟ ਨਾਲ ਅਸੀਂ ਹੁਣ ਲੜ ਰਹੇ ਹਾਂ ਨਾ, ਉਹ ਸਟੇਟ ਨੂੰ ਨੈਰੇਟਿਵ ਰਚਨਾ ਵੀ ਆਉਂਦਾ, ਬਿਰਤਾਂਤ ਜਿਹਨੂੰ ਕਹਿੰਦੇ ਆ ਪੰਜਾਬੀ 'ਚ,
ਉਹ ਸਟੇਟ ਨੂੰ ਪ੍ਰੋਪੇਗੈਂਡਾ ਪੋਲਿਟਿਕਸ ਵੀ ਬਹੁਤ ਚੰਗੀ ਤਰ੍ਹਾਂ ਆਉਂਦੀ ਆ ਤੇ ਉਹਦੇ ਲਈ ਹਜ਼ਾਰਾਂ ਕਰੋੜਾਂ ਬਜਟ ਆ ਉਹਨਾਂ ਕੋਲੇ। ਉਹ ਸਟੇਟ ਨੂੰ ਨੌਜਵਾਨ ਨੂੰ ਫੜਨ, ਉਹਨਾਂ ਦੇ ਮਾਨਸਿਕਤਾ ਨੂੰ ਫੜ ਕੇ ਕਿਵੇਂ ਰੱਖਣਾ ਇਹ ਵੀ ਆਉਂਦਾ ਤੇ ਕਿੱਧਰ ਨੂੰ ਉਲਝਾਉਣਾ ਇਹ ਵੀ ਆਉਂਦਾ। ਇਸ ਕਰਕੇ ਸਾਡੀਆਂ ਰਣਨੀਤੀਆਂ, ਸਾਡੀਆਂ ਵਿਉਂਤਾਂ ਕੀ ਹੋਣੀਆਂ ਚਾਹੀਦੀਆਂ, ਆਪਦੇ ਨੌਜਵਾਨ ਨੂੰ, ਸਾਡੀ ਜਵਾਨੀ ਨੂੰ ਅਸੀਂ ਕਿਸ ਤਰ੍ਹਾਂ ਸਾਂਭ ਕੇ ਸਹੀ ਚੈਨਲਾਈਜ਼ ਕਰਨਾ, ਇਹ ਸਾਡੇ ਐਨਾਲਾਈਜ਼ ਕਰਨ, ਦੈਟ ਇਜ਼ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਹੈ। ਐਬਸੋਲੂਟਲੀ। ਤੇ ਜਿੱਦਾਂ ਉਹਨਾਂ ਦੇ ਗੱਲ ਇਹ ਸਮਝ ਆ ਗਈ, ਉਹ એનર્ਜੀ ਸਹੀ ਚੈਨਲਾਈਜ਼ ਹੋ ਗਈ। ਤੁਸੀਂ ਦੇਖਿਓ ਇੱਥੇ ਲੋਕ ਲਹਿਰ ਬਣਦੀ ਪੰਜਾਬ 'ਚ, ਤੁਸੀਂ ਦੇਖਿਓ ਕਿੱਡੀ ਵੱਡੀ ਕ੍ਰਾਂਤੀ ਆਊਗੀ, ਕਿਉਂਕਿ ਅਸੀਂ ਦੇਖਿਆ ਐਗਜ਼ਾਮਪਲ। ਨਹੀਂ, ਜਦ ਪਹਿਲਾਂ ਵੀ ਪੰਜਾਬ ਦੇ ਪਾਣੀਆਂ ਦੀ ਆਵਾਜ਼ ਸੀ, ਪੰਜਾਬ ਦੀ ਰਾਜਧਾਨੀ ਦੀ ਆਵਾਜ਼ ਸੀ, ਪੰਜਾਬ ਦੀ ਭਾਸ਼ਾ ਦੀ ਆਵਾਜ਼ ਸੀ। ਸਿਰਫ ਇਹ ਮੰਗ ਸੀ ਜਿਹਨੇ ਆਤੰਕਵਾਦ ਨੂੰ ਕਰਤਾ, ਬਿਕੋਜ਼ ਇੱਕ ਪਾਸੇ ਸਟੇਟ ਕੇਂਦਰ, ਦੂਜੇ ਪਾਸੇ ਸਾਡੇ ਕੋਲ ਸਰਹੱਦਾਂ ਤੇ ਦੁਸ਼ਮਣ ਬੈਠੇ ਨੇ ਜੋ ਇਸ ਪੰਜਾਬ ਨੂੰ ਵਿੱਚ ਸੈਂਡਵਿਚ ਬਣਾ ਕੇ ਬੈਠੇ ਨੇ। ਅੱਜ ਉਹ ਦੁਆਰਾ, ਬਿਕੋਜ਼ ਅਸੀਂ ਪੀੜ੍ਹੀਆਂ ਗਵਾਈਆਂ ਨੇ। ਸਾਡੀ ਜੋ ਤੋਂ ਪਹਿਲੇ ਪੀੜ੍ਹੀਆਂ ਸੀ ਉਹਨਾਂ ਨੇ ਬਹੁਤ ਵੱਡੀਆਂ ਕੀਮਤਾਂ ਮਾਵਾਂ ਨੇ ਚੁਕਾਈਆਂ, ਨੌਜਵਾਨਾਂ ਨੇ ਚੁਕਾਈਆਂ। ਉਧਰ ਨਾ ਜਾ ਕੇ ਕੀ ਤੁਸੀਂ ਅੱਜ ਨੌਜਵਾਨ ਕ੍ਰਾਂਤੀਕਾਰੀ ਆਗੂ ਅੱਗੇ ਆ ਰਹੇ ਹੋ, ਬਿਕੋਜ਼ ਤੁਹਾਡੇ ਤੇ ਇੱਕ ਜ਼ਿੰਮੇਵਾਰੀ ਵੀ ਹੈ, ਤੁਸੀਂ ਕੀ ਇਹੋ ਜਿਹੀ ਰਣਨੀਤੀ ਬਣਾ ਰਹੇ ਹੋ ਕਿ ਉਹ ਮੁੰਡੇ ਫਿਰ ਕਿਸੇ ਦਾ ਸ਼ਿਕਾਰ ਨਾ ਬਣਨ, ਨਾ ਇੱਧਰੋਂ ਨਾ ਉੱਧਰੋਂ, ਦੋਨੋਂ ਪਾਸੋਂ ਸੁਰੱਖਿਅਤ ਰਹਿ ਕੇ ਸਹੀ ਦਿਸ਼ਾ ਨਾਲ। ਅੱਜ ਇਹ ਕਿਸਾਨਾਂ ਦਾ ਮੁੱਦਾ ਲੈ ਲਈ, ਤੁਸੀਂ ਇਸ ਵਿੱਚ ਇਨਵੋਲਵ ਤਾਂ ਹੋ ਰਹੇ ਹੋ, ਪਰ ਕਿਸ ਤਰ੍ਹਾਂ ਤੇ ਤੁਸੀਂ ਰਣਨੀਤੀ ਬਣਾ ਰਹੇ ਹੋ ਕਿ ਇਹ ਲੋਕ ਗਲਤ ਰਸਤੇ ਨਾ ਜਾਣ? ਦੇਖੋ ਜੀ, ਦੇਖੋ ਰਸਤਾ ਜਦੋਂ ਆਪਦੇ ਹੱਕ ਲੈਣੇ ਹੁੰਦੇ ਆ ਨਾ, ਉਦੋਂ ਰਸਤਾ ਗਲਤ ਨਹੀਂ ਹੁੰਦਾ। ਇਹ ਗੱਲ ਸਮਝਣੀ ਸਾਡੇ ਲਈ ਬਹੁਤ ਜ਼ਰੂਰੀ ਆ। ਦੋ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਜਾਂਦੀਆਂ, ਇੱਕ ਹੁੰਦੀ ਆ ਬੈਟਲ ਆਫ ਆਰਮਸ, ਇੱਕ ਹੁੰਦੀ ਆ ਬੈਟਲ ਆਫ ਮਾਈਂਡਸ। ਹੁਣ ਬੈਟਲ ਆਫ ਆਰਮਸ ਵਾਲੇ ਜਿਹੜੇ ਬੰਦੇ ਹੁੰਦੇ ਆ ਉਹ ਵੱਖਰੇ ਹੁੰਦੇ ਆ, ਜਿਹੜੇ ਹਥਿਆਰਾਂ ਦੀ ਲੜਾਈ ਲੜਦੇ ਆ। ਬੈਟਲ ਆਫ ਮਾਈਂਡਸ ਵਾਲੇ ਜਿਹੜੇ ਹੁੰਦੇ ਆ ਉਹ ਵੱਖਰੇ ਹੁੰਦੇ ਆ, ਜਿਹੜੀਆਂ ਤੁਹਾਡੀਆਂ ਵਿਉਂਤਾਂ, ਰਣਨੀਤੀਆਂ, ਤੁਹਾਡੀਆਂ ਪਾਲਿਸੀਜ਼ ਘੜਦੇ ਆ, ਜਿਹੜਾ ਤੁਹਾਡੇ ਵਾਸਤੇ ਨੈਰੇਟਿਵ ਕ੍ਰੀਏਟ ਕਰਦੇ ਆ। ਸਾਡੀ ਪਹਿਲਾਂ ਅਸੀਂ ਜਿਹੜੀ ਲੜਾਈ ਲੜੀ ਜਾਂ ਖਾੜਕੂਵਾਦ, ਅਸੀਂ ਜਿਹੜਾ ਉਹ ਸੰਘਰਸ਼ ਅਸੀਂ ਪੈਦਾ ਕੀਤਾ ਸੀ, ਉਸ 'ਚ ਸਿਰਫ ਬੈਟਲ ਆਫ ਆਰਮਸ ਵਾਲੇ ਬੰਦੇ ਸੀ। ਬੈਟਲ ਆਫ ਮਾਈਂਡਸ, ਕਿਉਂਕਿ ਜਿਹੜੀ ਧਿਰ ਨੇ ਸਾਨੂੰ ਸਾਡੀ ਵਿਉਂਤ ਘੜਨੀ ਆ, ਸਾਡੀ ਰਣਨੀਤੀ ਤਿਆਰ ਕਰਨੀ ਆ, ਜਿਹੜੇ ਅਲੀਟਸ ਆ ਜਾਂ ਇੰਟੈਲੈਕਚੁਅਲ ਲੋਕ ਆ, ਉਹ ਤਾਂ ਸਟੇਟ ਲਈ ਖੜਦੇ ਆ, ਜਾ ਕੇ ਉਹ ਸਟੇਟ ਦੇ ਹੱਕ 'ਚ ਭੁਗਤਦੇ ਆ। ਉਹਨਾਂ ਨੂੰ ਇਹ ਗੱਲ ਹੀ ਨਹੀਂ ਸਮਝ ਆਉਂਦੀ, ਉਹਨਾਂ ਨੂੰ ਐਂ ਲੱਗਦਾ ਯਾਰ ਤੁਸੀਂ ਤਾਂ ਉਹੀ ਤੁਰੇ ਫਿਰਦੇ ਹੋ, ਹਥਿਆਰ ਚੱਕ ਕੇ ਉਹੀ ਲੜੀ ਫਿਰਦੇ ਹੋ। ਫਿਰ ਹੁਣ ਬੈਟਲ ਆਫ ਆਰਮਸ ਵਾਲਿਆਂ ਨੇ ਉਹ ਲੜਾਈ ਲੜੀ ਜਿਹੜੀ ਬੈਟਲ ਆਫ ਮਾਈਂਡਸ ਨੇ ਵੀ ਲੜਨੀ ਸੀ। ਮੰਨ ਲਓ ਇੱਥੇ ਬੈਠ ਕੇ ਅਸੀਂ ਵਿਉਂਤ ਘੜ ਲਈ, ਬਾਹਰ ਜਾ ਕੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਵੀ ਇੱਥੇ ਜਾ ਕੇ ਮਰ ਜਾਣਾ, ਕਿ ਉਹ ਇੰਪਲੀਮੈਂਟ ਵੀ ਹੋਣੀ ਹੈ ਕਿ ਨਹੀਂ ਹੋਣੀ। ਫਿਰ ਇੱਕ ਰਿਸਟ੍ਰਿਕਸ਼ਨ, ਇੱਕ ਸੀਮਤਾਈ ਵੀ ਹੁੰਦੀ ਆ ਉਹ ਲੜਾਈ ਦੀ। ਇਸ ਕਰਕੇ ਹੁਣ ਜਿਹੜੀ ਅਸੀਂ ਲੜਾਈ ਲੜਨੀ ਆ, ਸਾਨੂੰ ਇਹ ਸਾਰੀ ਗੱਲ ਸਮਝਣੀ ਪੈਣੀ ਆ ਵੀ ਬੈਟਲ ਆਫ ਆਰਮਸ ਬਹੁਤ ਦੇਰ ਨਹੀਂ ਲੜੀ ਜਾ ਸਕਦੀ ਹੁੰਦੀ। ਨਹੀਂ, ਹਥਿਆਰ ਨਹੀਂ ਚੁੱਕਣੇ, ਬੈਟਲ ਆਫ ਆਰਮਸ ਨਹੀਂ ਉਹ ਹੋ ਗਿਆ। ਹੁਣ ਬੈਟਲ ਆਫ ਮਾਈਂਡਸ ਦੀ ਗੱਲ ਆ, ਉੱਥੇ ਸਾਨੂੰ ਪਾਲਿਸੀਜ਼ ਕੀ ਬਣਾਉਣੀਆਂ, ਸਾਡੇ ਐਲੀਟਸ ਨੂੰ ਇਕੱਠਾ ਕਰਕੇ ਆਪਦੇ ਹੱਕ ਕਿਵੇਂ ਲੈਣੇ ਆ। ਇਹ ਸਭ ਤੋਂ ਵੱਡੀ ਪ੍ਰੋਬਲਮ ਰਹੀ ਹੈ ਸਿੱਖਾਂ ਦੇ, ਇਕੱਠੇ ਨਹੀਂ ਖੜੇ ਹੁੰਦੇ। ਹਰ ਇੱਕ ਮੈਂ ਤੇ ਅੜ ਜਾਂਦਾ ਹੈ, ਅਸੀਂ ਇਕੱਠੇ ਹੋ ਕੇ ਨਹੀਂ ਬੈਠ ਸਕਦੇ। ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ। ਜਿਹੜੇ ਤੁਸੀਂ ਨੌਜਵਾਨ ਹੋ, ਇਸ ਕਮਜ਼ੋਰੀ ਨੂੰ ਦੂਰ ਕਰ ਪਾਓਗੇ? ਦੇਖੋ, ਬਿਲਕੁਲ ਇਹ ਗੱਲ ਸਾਡੇ ਲਈ ਸਮਝਣੀ ਬਹੁਤ ਜ਼ਰੂਰੀ ਆ ਵੀ ਸਾਡੀ ਇੱਕ ਮਾਨਸਿਕਤਾ 'ਚ ਅਸੀਂ ਬਹੁਤ ਜਲਦੀ ਆਪਦਾ ਆਪਾ ਵੀ ਕਈ ਵਾਰੀ ਖੋ ਦਿੰਦੇ ਆ, ਆਪਦੇ ਬਹੁਤ ਜਲਦੀ ਅਸੀਂ ਗੁੱਸੇ ਦਾ ਪ੍ਰਗਟਾਵਾ ਕਰ ਦਿੰਦੇ ਆ ਆਪਦੇ ਦਾ। ਸਾਨੂੰ ਇਸ ਗੱਲ ਤੇ ਕੰਟਰੋਲ ਰੱਖਣਾ ਪਊ, ਸਾਨੂੰ ਸਰਲਤਾ ਲਿਆਉਣੀ ਪਊਗੀ, ਇੱਕ ਤਰੀਕਾ ਸਲੀਕਾ ਸਿੱਖਣਾ ਪਊਗਾ। ਜੇ ਸਾਡੇ 'ਚ ਜਦੋਂ ਤੱਕ ਉਹ ਨਹੀਂ ਆਉਂਦਾ, ਤੇ ਜਿਹੜੀ ਇੱਕ ਨੋਸ਼ਨ ਬਣਿਆ ਹੋਇਆ ਵੀ ਅਸੀਂ ਇਕੱਠੇ ਨਹੀਂ ਹੋ ਸਕਦੇ, ਕਿਉਂ ਨਹੀਂ ਹੋ ਸਕਦੇ? ਕਿਉਂਕਿ ਲੜ ਪੈਂਦੇ ਆ, ਕਿਉਂਕਿ ਇੱਕ ਦੂਜੇ ਦੀ ਹਉਮੈ ਹੈ, ਨਾਲ ਇੱਕ ਦੂਜੇ ਦੀ ਜਿਹੜੀ ਗੱਲ ਸਹਿ ਹੀ ਨਹੀਂ ਕਰ ਪਾਉਂਦੇ, ਸਹਿਣਸ਼ੀਲਤਾ ਹੈ ਹੀ ਨਹੀਂ। ਇਹ ਗੱਲਾਂ ਨੂੰ ਸਿੱਖਣਾ ਪੈਣਾ। ਜੇ ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਪਰ ਤੁਹਾਨੂੰ ਲੱਗਦਾ ਕਿ ਅੱਜ ਦੇ ਨੌਜਵਾਨ ਜਿਹੜੇ ਹੈਗੇ, ਤੁਸੀਂ ਹੁਣ ਕਿਸਾਨਾਂ ਦਾ ਮੁੱਦਾ ਆ ਗਿਆ ਹੈਗਾ, ਇਹ ਬਹੁਤ ਵੱਡਾ ਪੰਜਾਬ ਦਾ ਮੁੱਦਾ, ਕਿਸਾਨਾਂ ਦਾ ਮੁੱਦਾ ਨਹੀਂ ਹੈ। ਇਸ ਮੁੱਦੇ ਤੇ ਅਸੀਂ ਇਕੱਠੇ ਹੋ ਪਾਵਾਂਗੇ ਕਿ ਸਾਰੇ ਇੱਕ ਪੰਜਾਬ ਆਵਾਜ਼ ਬੋਲ ਪਾਏਗਾ? ਹਾਂਜੀ, ਬਿਲਕੁਲ। ਆ ਦੇਖ ਲਓ, 25 ਤਰੀਕ ਨੂੰ ਤੁਹਾਡੇ ਸਾਹਮਣੇ ਆ ਜਾਣਾ, ਇੱਕ ਆਵਾਜ਼ ਤੁਹਾਨੂੰ ਦਿਖੂਗੀ। ਇਹ ਆਵਾਜ਼ ਤਾਂ ਇੱਕ ਬਰਗਾੜੀ ਵੇਲੇ ਵੀ ਹੋ ਗਈ ਸੀ ਆਵਾਜ਼। ਇੱਕ ਉਦੋਂ ਸ਼ੁਰੂ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਸਰੂਪ, ਜਦੋਂ ਇਹਨਾਂ ਨੇ ਅੰਗ ਗਲੀਆਂ 'ਚ ਖਿਲਾਰੇ ਆ, ਉਦੋਂ ਵੀ ਹੋ ਗਈ ਸੀ। ਪਰ ਪ੍ਰੋਬਲਮ ਉੱਥੇ ਸਾਡੀ ਆਗੂਆਂ ਦੀ ਆ ਜਾਂਦੀ ਆ, ਜਿਹੜੇ ਬਰਫੀਆਂ ਰਸਗੁੱਲੇ ਖਾ ਕੇ ਆਪਦੀ ਕੌਮ ਨੂੰ ਵੇਚ ਆਉਂਦੇ ਆ। ਸੋ ਮੁਹਿੰਮ ਉਦੋਂ ਵੀ ਨੌਜਵਾਨ ਕ੍ਰਾਂਤੀ ਲੈ ਆਇਆ ਸੀ, ਹੁਣ ਵੀ ਲੈ ਆਊਗਾ। ਉਦੋਂ ਵੀ ਸ਼ਾਂਤੀਮਈ ਕ੍ਰਾਂਤੀ ਆਈ। ਹਾਂਜੀ,
ਪਰ ਉਹ ਕ੍ਰਾਂਤੀ ਕਿਤੇ ਨਾ ਕਿਤੇ ਜਾ ਕੇ ਜਦੋਂ ਰਾਜਸੀ ਲੀਡਰਾਂ ਨਾਲ ਸਾਡੇ ਆਗੂ ਉਸ ਕ੍ਰਾਂਤੀ ਦੇ ਆਗੂ ਬਹਿ ਜਾਂਦੇ ਆ ਨਾ, ਤੇ ਉਹ ਆਪਦੇ ਲਾਲਚ ਵਸ ਜਾਂ ਆਪਦੇ ਨਿੱਜ ਨੂੰ ਮੁੱਖ ਰੱਖ ਕੇ ਤੇ ਸਾਰੀ ਕ੍ਰਾਂਤੀ ਨੂੰ ਹੀ ਵੇਚ ਆਉਂਦੇ ਆ ਉੱਥੇ। ਤਾਂ ਇਹ ਉਹ ਗੱਲ ਹੁੰਦੀ ਆ ਵੀ ਦੁੱਧ ਬਾਲਾ ਮਾਰਦਾ ਉਬਲਣ ਵਾਲਾ ਹੀ ਹੁੰਦਾ, ਤੇ ਉੱਥੇ ਪਾਣੀ ਦਾ ਛਿੱਟਾ ਪਾ ਦਿੰਦੇ ਆ ਉਹ, ਤੇ ਉਹ ਥੋੜੀ ਦੇਰ ਫੇਰ ਦੁੱਧ ਉਬਲ ਕੇ ਮੁੜ ਕੇ ਬਹਿ ਜਾਂਦਾ। ਸੋ ਸਾਨੂੰ ਸਮਝਣੀ ਪੈਣੀਆਂ ਗੱਲਾਂ ਪੁਰਾਣੇ ਵਰਤਾਰਿਆਂ ਤੋਂ, ਪੁਰਾਣੇ ਅਮਲਾਂ ਤੋਂ ਸਿੱਖ ਕੇ, ਤੇ ਹੁਣ ਤਰੀਕਾ ਸਲੀਕਾ ਸਮਝ ਕੇ ਫੇਰ ਕੋਈ ਨਾ ਕੋਈ ਹੱਕ ਮਿਲਣਗੇ। ਅਦਰਵਾਈਜ਼ ਅਸੀਂ ਐਂ ਲੜਦੇ ਰਵਾਂਗੇ ਤੇ ਉਹ ਇੰਡੀਵਿਜੂਅਲਸ ਨੂੰ ਟਾਰਗੇਟ ਕਰਦੇ ਰਹਿਣਗੇ, ਕਿਉਂਕਿ ਇੱਕ ਨੂੰ ਟਾਰਗੇਟ ਕਰਨਾ ਉਹਨਾਂ ਲਈ ਬੜਾ ਸੌਖਾ। ਜੇ ਅਸੀਂ ਕਿਤੇ ਕਲੈਕਟਿਵ ਕੌਨਸ਼ੀਅਸਨੈਸ ਲੈ ਆਏ, ਜੇ ਕਿਤੇ ਜੁੜ ਕੇ ਬਹਿ ਗਏ, ਤੇ ਜੇ ਕਿਤੇ ਸਿਰ ਜੋੜਨਾ ਸਾਨੂੰ ਸੰਵਾਦ ਕਰਨਾ ਆ ਗਿਆ, ਮੈਨੂੰ ਲੱਗਦਾ ਫਿਰ ਹੱਕ ਲੈਣੇ ਬੜੀ ਔਖੀ ਗੱਲ ਨਹੀਂ ਹੁੰਦੀ। ਚਲੋ, ਤੁਹਾਨੂੰ ਜ਼ਿਆਦਾ ਵਿਸ਼ਵਾਸ ਹੈ, ਤੁਸੀਂ ਨੌਜਵਾਨਾਂ ਵਿੱਚ ਵਿਚਰ ਰਹੇ ਹੋ, ਤੇ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਨੌਜਵਾਨ ਆ ਰਹੇ ਇਸ ਮੋੜ ਤੇ ਇਕੱਠੇ ਹੋ ਕੇ ਸ਼ਾਂਤੀ ਦੇ ਤਰੀਕੇ ਨਾਲ ਪੰਜਾਬ ਦੇ ਹੱਕਾਂ ਵਾਸਤੇ ਲੜਨ। ਮੇਰੇ ਨਾਲ ਸਟੂਡੀਓ ਵਿੱਚ ਆਏ ਤੁਸੀਂ, ਬਹੁਤ ਚੰਗਾ ਲੱਗਿਆ, ਐਂਡ ਉਮੀਦ ਕਰਦੇ ਹਾਂ ਕਿ ਤੁਹਾਡੇ ਨਾਲ ਹੁਣ ਰੈਗੂਲਰ ਮੁਲਾਕਾਤ ਹੁੰਦੀ ਰਹੇਗੀ, ਔਰ ਨੌਜਵਾਨਾਂ ਦੇ ਜਿਹੜੇ ਆਵਾਜ਼ ਹੈ ਉਹ ਇਸੇ ਤਰ੍ਹਾਂ ਬੁਲੰਦ ਤੇ ਇਕਜੁੱਟ ਰਹੇਗੀ। ਬਿਲਕੁਲ ਜੀ, ਬਿਲਕੁਲ। ਅਸੀਂ ਲੱਗੇ ਹਾਂ ਜੀ ਆਪਦੇ ਸੰਘਰਸ਼ ਤੇ ਆਪਦੇ ਪੰਜਾਬ ਪ੍ਰਤੀ ਜਿੰਨਾ ਕੁ ਅਸੀਂ ਕਰ ਸਕਦੇ ਹਾਂ ਉਦੋਂ ਵੱਧ ਹੀ ਕਰਾਂਗੇ। ਥੈਂਕ ਯੂ ਸੋ ਮਚ।